राख पिता प्रभ मेरे, राख पिता प्रभ मेरे, राख पिता प्रभ मेरे, राख पिता प्रभ मेरे। मोहि निर्मल सब गुण तेरे, मोहि निर्मल सब गुण तेरे, राख पिता प्रभ मेरे, राख पिता प्रभ मेरे, पिता प्रभ मेरे। पंच बिखारी एक गरीबा, राख राखनहारे। पंच बिखारी एक गरीबा, राख राखनहारे। एक कर है अर बहुत संतावे, आयो शरण तुम्हारे। एक कर है अर बहुत संतावे, आयो शरण तुम्हारे, आयो शरण तुम्हारे, आयो शरण तुम्हारे। राख पिता प्रभ मेरे, राख पिता प्रभ मेरे। मोहि निर्मल सब गुण तेरे, मोहि निर्मल सब गुण तेरे, राख पिता प्रभ मेरे, राख पिता प्रभ मेरे, पिता प्रभ मेरे। कर कर मारियो अनित भवभाति, छुटे गत होनारि। कर कर मारियो अनित भवभाति, छुटे गत होनारि। एक बात सुन ताकि ओटा, साध संग मिट जाए। एक बात सुन ताकि ओटा, साध संग मिट जाए, साध संग मिट जाए।
ਮੋਹੇ ਦਿਲ ਤੇ ਹੀਰਤ ਪਾਇਆ ਸੰਤੀ ਮੰਤ ਦਿਓ ਮੋਹੇ ਗੁਰ ਕਾ ਸ਼ਬਦ ਕਮਾਇਆ ਸੰਤੀ ਮੰਤ ਦਿਓ ਮੋਹਨੇ ਗੁਰ ਕਾ ਸ਼ਬਦ ਕਮਾਇਆ ਗੁਰ ਕਾ ਸ਼ਬਦ ਕਮਾਇਆ ਗੁਰ ਕਾ ਸ਼ਬਦ ਕਮਾਇਆ ਰਾਖ ਮਿਟਾ ਤਬ ਮੇਰੇ ਰਾਖ ਮਿਟਾ ਤਬ ਮੇਰੇ ਮੋਹਿ ਨਿਰਮਲ ਸਭ ਗੁਣ ਤੇਰੇ ਮੋਹਿ ਨਿਰਮਲ ਸਭ ਗੁਣ ਤੇਰੇ ਰਾਖ ਮਿਟਾ ਤਬ ਮੇਰੇ ਰਾਖ ਮਿਟਾ ਤਬ ਮੇਰੇ ਮਿਟਾ ਤਬ ਮੇਰੇ ਜੀਤ ਲਾਏ ਓਏ ਮਹਾਬਿਖਾਰੀ ਸਰਜ ਸੁਹੇਲੀ ਬਾਣੀ ਜੀਤ ਲਾਏ ਓਏ ਮਹਾਬਿਖਾਰੀ ਸਰਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਕਉ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਪਾਇਆ ਪਦ ਨਿਰਵਾਣੀ ਪਾਇਆ ਪਦ ਨਿਰਵਾਣੀ ਰਾਖ ਮਿਟਾ ਤਬ ਮੇਰੇ ਰਾਖ ਮਿਟਾ ਤਬ ਮੇਰੇ ਮੋਹਿ ਨਿਰਮਲ ਸਭ ਗੁਣ ਤੇਰੇ ਮੋਹਿ ਨਿਰਮਲ ਸਭ ਗੁਣ ਤੇਰੇ ਰਾਖ ਮਿਟਾ ਤਬ ਮੇਰੇ ਰਾਖ ਮਿਟਾ ਤਬ ਮੇਰੇ ਪਿਤਾ ਤਬ ਮੇਰੇ ਪਿਤਾ ਤਬ ਮੇਰੇ ਗੁਰੂ ਦੀ ਸੇਵਾ ਪ੍ਰਵਾਨ ਕਰਨ ਆਵਣ ਲੜੀਵਾਰ ਗੁਰਬਾਣੀ ਵਿਚਾਰ ਸਰਮ ਕਰੋ ਸਤਿਕਾਰਯੋਗ ਹੈ ਗੁਰਜੀਤ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਪਾਸੋਂ ਪਿਆਰ ਸਤਿਕਾਰ ਸਹਿ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਸਤਿਗੁਰ ਬਖਸ਼ੰਦਾ। ਧੰਨ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਬਿਨ ਅਬ ਸ਼ਬਦ ਨਾ ਮਾਂਜੀਐ, ਸੱਚ ਤੇ ਸੱਚ ਹੋਏ। ਮੰਦੇ ਗੁਣਹੀਣੀ ਸੁਖ ਕੇ, ਪਿਲ ਪਿਰ ਰਲੀਆ ਰਸ ਮਾਨਸੀ। ਸਾਚ ਸ਼ਬਦ ਸੁਖ ਨੇਹ ਰਹਾਉ। ਪਿਰ ਪਰਦੇਸੀ ਜੇ ਥੀਐ, ਧਨ ਵਾਂਡੀ ਚੁਰੇ। ਜਿਉ ਜਲ ਥੋੜੈ ਮਛਲੀ, ਕਰਨ ਪਲਾਵ ਕਰੇ। ਪਿਰ ਪਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਪਿਰ ਪਾਵੈ ਸੁਖ ਪਾਈਐ, ਜਾਂ ਆਪੇ ਨਦਰ ਕਰੇ। ਧੰਨ ਧੰਨ ਸਦਾ ਸਦਾ ਬਖਸ਼ਿੰਦ, ਰਹਿਮਤਾਂ ਦੇ ਸਾਗਰ। ਗੁਣਵੰਤਿਆਂ ਨੂੰ ਗੁਣ ਦੇਣ ਵਾਲੇ, ਔਗਣਿਆਰਿਆਂ ਨੂੰ ਵੀ ਗੁਣ ਪ੍ਰਦਾਨ ਕਰਨ ਹਾਰੇ। ਵਾਹਿਗੁਰੂ ਵਾਹਿਗੁਰੂ। ਰਹਿਮਤਾਂ ਦੇ ਘਰ, ਨਿਰਮਲਿਆਂ ਤੋਂ ਨਿਰਮਲ, ਭੈ ਤੋਂ ਰਹਿਤ ਨਿਰਵੈਰ ਸਤਿਗੁਰੂ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਨਿਰੰਕਾਰੀ ਨਿਰੰਜਨ ਦੀ ਉਸ ਵਾਹਿਗੁਰੂ ਦੀ ਪਾਵਨ ਪਵਿੱਤਰ ਜੋਤ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਦਾ ਸਦਾ ਸਮਰੱਥ ਤੇ ਸਦਾ ਹੀ ਹਾਜ਼ਰ ਨਾਜ਼ਰ ਮਿਹਰਬਾਨ ਸਤਿਗੁਰੂ, ਬਖਸ਼ਿੰਦ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਨ, ਵੱਡੇ ਭਾਗਾਂ ਵਾਲੇ ਸਤ ਸੰਗੀ ਜਨੋ। ਆਪ ਜੀਆਂ ਨੇ ਭਾਈ ਦਿਲਬਾਗ ਸਿੰਘ ਜੀ ਹੋਰਾਂ ਪਾਸੋਂ ਸਾਹਿਬਾਂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਵੱਡੇ ਭਾਗ। ਹੁਣ ਲੜੀਵਾਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਖਸ਼ੇ ਹੋਏ ਸ਼ਬਦ ਦੀ ਪਾਵਨ ਕਥਾ ਦੀ ਵਿਚਾਰ ਨਾਲ ਜੁੜੀਏ। ਗੁਰੂ ਘਰ ਦੇ ਅਗਨੀ ਜਹੇ ਕੂਕਰ ਦੀ ਹਾਜ਼ਰੀ ਪ੍ਰਵਾਨ ਕਰਦਿਆਂ ਹੋਇਆ ਤੇ ਅਸੀਸਾਂ ਬਖਸ਼ਦਿਆਂ ਹੋਇਆ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਨਾਲ ਰਸਨਾ ਨੂੰ ਪਵਿੱਤਰ ਕਰੀਏ।
ਗੱਜ ਕੇ ਆਖੋ ਸਾਰੀ ਸੰਗਤ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਰਾਗ ਦੇ ਵਿੱਚੋਂ ਚੱਲ ਰਹੀ ਹੈ। ਇਹ ਸ਼ਬਦ ਦੀ ਸ਼ੁਰੂਆਤ ਹੈ। ਇਹ ਜੋ ਪਵਿੱਤਰ ਸ਼ਬਦ ਦੇ ਪਹਿਲੇ ਸਾਧ ਸੰਗਤ ਦੋ ਆਪ ਜੀ ਨੇ ਬੰਦ ਸਰਵਣ ਕੀਤੇ ਹਨ। ਇਹ ਸਾਹਿਬ ਦੀ ਪਾਵਨ ਬਾਣੀ ਹੈ। 55 ਤੇ 56 ਅੰਗ ਦੇ ਉੱਪਰ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ ਦਰਗਾਹੀ ਪਵਿੱਤਰ ਬਚਨ। ਸਾਹਿਬ ਜੀ ਕਹਿੰਦੇ ਮਨ ਝੂਠ ਹੈ ਤਨ ਝੂਠ ਹੈ ਜਿਹਵਾ ਝੂਠੀ ਹੋਏ। ਮਨ ਦੇ ਵਿੱਚ ਝੂਠ ਹੈ, ਵਿਕਾਰਾਂ ਨਾਲ ਮਨ ਜੁੜ ਕੇ ਝੂਠਾ ਹੋ ਚੁੱਕਾ ਹੈ। ਤੇ ਜਿਹੜਾ ਤਨ ਹੈ ਸਰੀਰ ਇਹ ਵੀ ਝੂਠਾ ਹੈ, ਕਿਉਂਕਿ ਜਿਹੜੇ ਗਿਆਨ ਇੰਦਰੇ ਹਨ ਉਹਨਾਂ ਦੇ ਅੰਦਰ ਵਿਕਾਰਾਂ ਦੇ ਪਰਥਾਏ ਕਸ਼ਿਸ਼ ਬਣੀ ਰਹਿੰਦੀ ਹੈ। ਜਿਹੜੀ ਇਨਸਾਨ ਦੀ ਜ਼ਬਾਨ ਹੈ, ਜਿਹਵਾ ਹੈ, ਰਸਨਾ ਹੈ, ਮਹਾਰਾਜ ਕਹਿੰਦੇ ਹਨ ਇਹਦੇ ਅੰਦਰ ਖਾਣ ਪੀਣ ਦਾ ਚਸਕਾ ਹੈ। ਕੁਝ ਨਾ ਕੁਝ ਖਾਂਦੀ ਰਹਿੰਦੀ ਹੈ, ਪੀਂਦੀ ਰਹਿੰਦੀ ਹੈ। ਇਹ ਰਸ ਮਾਣਨ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ। ਇਸ ਕਰਕੇ ਜ਼ਬਾਨ ਵੀ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਬਚਨ ਝੂਠੀ ਹੈ। ਵਾਹਿਗੁਰੂ। ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੋਚਾ ਹੋਏ। ਜਿਹੜਾ ਇਨਸਾਨ ਦਾ ਮੂੰਹ ਹੈ ਇਹ ਝੂਠ ਬੋਲਣ ਕਰਕੇ ਝੂਠਾ ਹੈ। ਇਸ ਕਰਕੇ ਝੂਠਾ ਹੈ ਕਿਉਂਕਿ ਝੂਠ ਬੋਲਦਾ ਹੈ। ਤੇ ਇਹ ਫਿਰ ਸੁੱਚਾ ਕਿੱਦਾਂ ਹੋ ਸਕਦਾ ਹੈ। ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ। ਇਨਸਾਨ ਸੁੱਚਾ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਦਿੱਤਾ ਪਹਿਲੇ ਪਦੇ ਦੀ ਅਖੀਰਲੀ ਪੰਕਤੀ ਦੇ ਅੰਦਰ। ਮਹਾਰਾਜ ਬਾਬਾ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਬਿਨ ਅਬ ਸ਼ਬਦ ਨਾ ਮਾਂਝੀਐ। ਅਬ ਦਾ ਮਤਲਬ ਹੈ ਪਾਣੀ। ਸਾਧ ਸੰਗਤ ਗਰੀਬ ਨਵਾਜ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਪਾਣੀ, ਗੁਰੂ ਦੇ ਸ਼ਬਦ ਜਲ ਤੋਂ ਬਿਨਾ ਮਨ ਜਿਹੜਾ ਮਾਂਜਿਆ ਨਹੀਂ ਜਾ ਸਕਦਾ। ਮਨ ਨੂੰ ਮਾਂਜਣ ਦਾ ਮਤਲਬ ਮਨ ਨੂੰ ਪਵਿੱਤਰ ਕਰਨਾ, ਇਹਦੀ ਅਪਵਿੱਤਰਤਾ ਲਾਉਣੀ ਹੈ, ਇਹਦੀ ਝੂਠ ਨੂੰ ਉਤਾਰਨਾ ਹੈ। ਤੇ ਗਰੀਬ ਨਵਾਜ ਕਹਿੰਦੇ ਗੁਰੂ ਮਾਲਕ ਦੇ ਸ਼ਬਦ ਪਾਣੀ ਤੋਂ ਬਿਨਾ ਮਨ ਨਹੀਂ ਮਾਂਜਿਆ ਜਾ ਸਕਦਾ। ਤੇ ਸਾਚੇ ਤੇ ਸੱਚ ਹੋਏ, ਸੱਚੇ ਵਾਹਿਗੁਰੂ ਨਾਲ ਜੁੜ ਕੇ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ। ਸੱਚੇ ਨਾਲ ਜੁੜਨ ਤੋਂ ਬਿਨਾ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹ ਜੋ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ, ਦਰਗਾਹੀ ਸਾਧ ਸੰਗਤ ਵਿਚਾਰ ਸਾਡੇ ਸਾਹਮਣੇ ਰੱਖੀ ਹੈ। ਇਹ ਗੱਲ ਵੱਖਰੀ ਹੈ ਕਿ ਜਿਹੜਾ ਸੁਚਮਤਾ ਹੈ ਉਹ ਚਾਹੀਦੀ ਹੈ। ਤੇ ਸਾਧ ਸੰਗਤ ਝੂਠ ਤੇ ਝੂਠ ਤੋਂ ਬਚਣਾ ਚਾਹੀਦਾ ਹੈ। ਪਰ ਇੱਕ ਹੁੰਦੀ ਹੈ ਤਨ ਦੀ ਪਵਿੱਤਰਤਾ, ਤਨ ਨੂੰ ਸ਼ੁੱਧ ਕਰਨਾ। ਇੱਕ ਹੈ ਮਨ ਦੀ ਪਵਿੱਤਰਤਾ। ਤਨ ਨੂੰ ਸ਼ੁੱਧ ਕਰ ਲੈਣਾ ਗੱਲ ਕੁਝ ਹੋਰ ਹੈ, ਤੇ ਮਨ ਦੀ ਨਿਰਮਲਤਾ ਹਾਸਲ ਕਰ ਲੈਣੀ ਗੱਲ ਕੁਝ ਹੋਰ ਹੈ। ਗਰੀਬ ਨਵਾਜ ਦੇ ਘਰ ਵਿੱਚ ਜੇ ਮਨ ਦੀ ਪਵਿੱਤਰਤਾ ਮਿਲ ਗਈ ਹੈ, ਮਨ ਸ਼ੁੱਧ ਹੋ ਚੁੱਕਾ ਹੈ, ਮਨ ਪਵਿੱਤਰ ਹੋ ਗਿਆ ਹੈ, ਤੇ ਇਹ ਪਵਿੱਤਰਤਾ ਨੂੰ ਅਸਲੀ ਪਵਿੱਤਰਤਾ ਮੰਨਿਆ ਗਿਆ ਹੈ। ਇਹ ਸਾਧ ਸੰਗਤ ਨਾਮ ਤੋਂ ਬਿਨਾਂ ਪਵਿੱਤਰਤਾ ਮਿਲ ਨਹੀਂ ਸਕਦੀ। ਗਰੀਬ ਨਵਾਜ ਦੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਵਾਹਿਗੁਰੂ। ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ। ਉਹਨਾਂ ਨੇ ਮਾਨੋ ਜਿਹੜਾ ਆਪਣਾ ਜਨਮ ਹੈ ਜੂਏ ਦੇ ਵਿੱਚ ਹਾਰ ਗਏ ਨੇ। ਜਿਹੜੇ ਅੰਦਰੋਂ ਤੇ ਮੈਲ ਨਾਲ ਭਰੇ ਨੇ, ਅੰਦਰ ਪਾਪਾਂ ਦੀ ਮੈਲ ਹੈ ਆਪਣੇ,
ਮਹਾਰਾਜ ਨੇ ਬਾਣੀ ਚ ਆਖਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਤੇ ਜਨਮਾਂ ਜਨਮਾਂਤਾਂ ਦੀ ਜਿਹੜੀ ਮੈਲ ਲੱਗੀ ਹੈ, ਕਾਹਦੀ ਮੈਲ ਹੈ? ਗਰੀਬ ਨਵਾਜ ਜੀ ਕਹਿੰਦੇ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਕਾਲਾ ਹੋ ਗਿਆ, ਪਾਪਾਂ ਦੀ ਮੈਲ ਚੜੀ ਹੈ। ਬਾਹਰੋਂ ਸਰੀਰ ਨੂੰ ਧੋਣ ਦੇ ਨਾਲ ਜਿਹੜਾ ਅੰਦਰ ਮਨ ਹੈ ਇਹ ਨਹੀਂ ਧੁੱਪਦਾ, ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਸਾਧ ਸੰਗਤ ਇਸ ਕਰਕੇ ਗਰੀਬ ਨਵਾਜ ਨੇ ਬਾਣੀ ਦੇ ਵਿੱਚ ਵਾਰ-ਵਾਰ ਬਚਨ ਫਰਮਾਏ ਹਨ। ਅੰਦਰ ਦੀ ਪਵਿੱਤਰਤਾ ਕਿਵੇਂ ਮਿਲੇਗੀ? ਆਪਾਂ ਆਨੰਦ ਸਾਹਿਬ ਦੀ 17ਵੀਂ ਪੌੜੀ ਪੜ੍ਹੀ, ਉੱਥੇ ਮਹਾਰਾਜ ਨੇ ਬਖਸ਼ਿਸ਼ ਕੀਤਾ, ਬਚਨ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ। ਜਿਨ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕੀਤੀ, ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੂੰ ਪਵਿੱਤਰ ਆਖਿਆ ਜਾਂਦਾ ਹੈ। ਸਾਧ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦਾ ਬਚਨ ਹੈ ਪਾਵਨ ਬਾਣੀ ਦੇ ਅੰਦਰ। ਮਹਾਰਾਜ ਜੀ ਕਹਿੰਦੇ ਨੇ ਕਿ ਕਰਪੂਰ ਪੋਹ ਸੁਗੰਧਾ ਪਰਸ ਮਨੁੱਖਿਆ ਦੇਹੰਗ ਮਲੀਨੰਗ। ਮਹਾਰਾਜ ਜੀ ਕਹਿੰਦੇ ਨੇ ਕਿ ਕਰਪੂਰ ਚੰਦਨ ਸੁਗੰਧੀਆਂ ਜਿਹੜੀਆਂ ਨਾ ਤਰ੍ਹਾਂ ਤਰ੍ਹਾਂ ਦੀਆਂ, ਵੱਖ ਵੱਖ ਤਰ੍ਹਾਂ ਦੀਆਂ, ਉਹ ਮਨੁੱਖ ਦੇ ਸਰੀਰ ਦੇ ਉੱਤੇ ਮਲੀਆਂ ਜਾਣ, ਤਾਂ ਕਿ ਇਹਦਾ ਸਰੀਰ ਪਵਿੱਤਰ ਹੋ ਜਾਏ, ਖੁਸ਼ਬੂਦਾਰ ਹੋ ਜਾਏ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੀਆਂ ਪਵਿੱਤਰ ਖੁਸ਼ਬੂਦਾਰ ਵਾਹਿਗੁਰੂ ਨੇ ਬਣਾਈਆਂ ਹਨ ਵਸਤੂਆਂ, ਜੋ ਕੁਝ ਵਾਹਿਗੁਰੂ ਨੇ ਬਨਸਪਤੀ ਬਣਾਈ ਹੈ, ਜਿਵੇਂ ਕਪੂਰ ਹੈ, ਜਿਸ ਤਰ੍ਹਾਂ ਨਾਲ ਚੰਦਨ ਹੈ, ਉਹ ਸਰੀਰ ਦੇ ਉੱਤੇ ਮਲਿਆ ਜਾਏ ਤੇ ਸਾਹਿਬ ਜੀ ਕਹਿੰਦੇ ਉਹ ਵੀ ਅਪਵਿੱਤਰ ਹੋ ਜਾਂਦਾ ਹੈ, ਉਹ ਵੀ ਬਦਬੂਦਾਰ ਹੋ ਜਾਂਦਾ ਹੈ। ਮਹਾਰਾਜ ਦਾ ਪਾਵਨ ਬਚਨ ਹੈ, ਸਾਹਿਬ ਜੀ ਕਹਿੰਦੇ ਕਰਪੂਰ ਪੋਹ ਸੁਗੰਧਾ ਪਰਸੋ ਮਨੁੱਖਿਆ ਦੇਹੰਗ ਮਲੀਨੰਗ। ਕਿਉਂ ਹੋ ਜਾਂਦਾ ਹੈ ਅਪਵਿੱਤਰ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਕਿਉਂਕਿ ਮਜਾ ਰੁਦਰ ਦੁਰਗੰਧਾ। ਮਜਾ ਦਾ ਮਤਲਬ ਹੈ ਸਾਧ ਸੰਗਤ ਦੇ ਅੰਦਰ ਮਿੱਝ ਹੈ। ਇਨਸਾਨ ਜਿਹੜਾ ਉਹਦੇ ਅੰਦਰ ਚਰਬੀ ਹੈ, ਲਹੂ ਹੈ, ਹੱਡੀਆਂ ਹਨ, ਮਾਸ ਹੈ, ਨਾੜੀਆਂ ਹਨ, ਅੰਦਰ ਗੰਦਗੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਕਿਉਂਕਿ ਮਜਰ ਰੁਦਰ, ਮਹਾਰਾਜ ਕਹਿੰਦੇ ਮਜਾ ਰੁਦਰ ਦੁਰਗੰਧਾ, ਜਿਹੜਾ ਸਾਧ ਸੰਗਤ ਮਾਸ ਹੈ ਦੇ ਅੰਦਰ, ਇਸ ਕਰਕੇ ਦੁਰਗੰਧਾ ਨਾਨਕ ਅਥ ਗਰਬੇਣ ਗਿਆਨਣੋ। ਸੱਚੇ ਪਾਤਸ਼ਾਹ ਕਹਿੰਦੇ ਗੰਦਾ ਹੋ ਜਾਂਦਾ ਹੈ ਸਭ ਕੁਝ, ਕਿਉਂਕਿ ਇਨਸਾਨ ਗੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਦਾ ਬਚਨ ਆਉਂਦਾ ਹੈ। ਆਪ ਜੀ ਫਰਮਾਉਂਦੇ ਨੇ ਚਲਤ ਕਤ ਟੇਢੇ ਟੇਢੇ ਟੇਢੇ, 3 ਵਾਰ ਬਚਨ ਆਖਿਆ। ਕਹਿੰਦੇ ਵਿੰਗਾ ਵਿੰਗਾ ਹੋ ਕੇ ਕੀ ਚੱਲਦਾ ਹੈ? ਉਹਦਾ ਮਤਲਬ ਇਹ ਹੰਕਾਰ ਵਿੱਚ ਕਿਉਂ ਫੁੱਲਿਆ ਫਿਰਦਾ ਹੈ? ਵਾਹਿਗੁਰੂ। ਇਨਸਾਨ ਕਿਸ ਗੱਲ ਦਾ ਮਾਣ ਕਰੇਗਾ? ਮਹਾਰਾਜ ਨੇ ਬਾਣੀ ਦੇ ਵਿੱਚ ਸਾਰੀਆਂ ਗੱਲਾਂ ਖੋਲੀਆਂ। ਗਰੀਬ ਨਵਾਜ ਜੀ ਕਹਿੰਦੇ ਨੇ ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਕਿ ਤੂੰ ਆਪਣੇ ਰੂਪ ਦਾ ਮਾਣ ਨਹੀਂ ਕਰ ਸਕਦਾ ਵੀ ਮੈਂ ਬਹੁਤ ਸੁੰਦਰ ਹਾਂ, ਕਿਉਂਕਿ ਵਾਹਿਗੁਰੂ ਦੀ ਜੋਤ ਜਦੋਂ ਤੱਕ ਹੈ ਸੁੰਦਰਤਾ ਵੀ ਉਦੋਂ ਤੱਕ ਹੀ ਹੈ। ਜਦੋਂ ਅੰਦਰੋਂ ਜੋਤ ਚਲੇ ਗਈ ਸਾਡੇ ਤੇ ਸਾਧ ਸੰਗਤ ਇਹੀ ਮਨੁੱਖ ਹੈ ਜਿਹਦੇ ਕੋਲ ਦਰਗੰਧੀ ਐਸੀ ਆਵੇਗੀ ਕੋਲ ਖਲੋਤਾ ਨਹੀਂ ਜਾ ਸਕਦਾ। ਦੂਜੀ ਗੱਲ ਇਹ ਹੈ, ਅਹਿਮ ਗੱਲ ਇਹ ਹੈ ਕਿ ਸਾਇੰਸ ਵੀ ਕਹਿੰਦੀ ਹੈ ਜੋ ਆਪਣਾ ਸਰੀਰ ਹੈ ਤੇ ਸੈੱਲਾਂ ਦਾ ਹੀ ਬਣਿਆ ਨਾ, ਕਰੋੜਾਂ ਸੈੱਲ ਹਨ, ਕਰੋੜਾਂ ਸੈੱਲ ਡੈਡ ਹੋ ਰਹੇ ਨੇ, ਨਵੇਂ ਫਿਰ ਬਣ ਰਹੇ ਨੇ। ਇਸ ਕਰਕੇ ਰੋਜ਼-ਰੋਜ਼ ਸਰੀਰ ਨੂੰ ਮਲਣਾ ਪੈਂਦਾ, ਨਹਾਉਣਾ ਪੈਂਦਾ ਤਾਂ ਕਿ ਦੁਰਗੰਧੀ ਤੋਂ ਬਚਿਆ ਜਾ ਸਕੇ। ਤੇ ਇੱਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਜਿਹੜੇ ਵਾਹਿਗੁਰੂ ਨੇ ਆਪਾਂ ਨੂੰ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਜਿਹੜੇ 9 ਦੁਆਰੇ ਪ੍ਰਗਟ ਕਰਕੇ ਦਿੱਤੇ ਹਨ। 2 ਕੰਨ ਹਨ, 2 ਅੱਖਾਂ ਹਨ, 2 ਨਾਸਕ ਹੈ, ਮੂੰਹ ਹੈ, ਇਸੇ ਤਰ੍ਹਾਂ ਨਾਲ 2 ਗੁਪਤ ਅੰਗ ਹਨ। ਇਹਨਾਂ ਸਾਰੇ ਸਾਧ ਸੰਗਤ 9 ਦੁਆਰਿਆਂ ਦੇ ਵਿੱਚੋਂ ਮੈਲੀ ਤੇ ਨਿਕਲਦੀ ਹੈ। ਵਾਰ-ਵਾਰ ਇਹਨਾਂ ਨੂੰ ਧੋਣਾ ਪੈਂਦਾ, ਸਾਫ਼ ਕਰਨਾ ਪੈਂਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਬਾਣੀ ਦੇ ਵਿੱਚ ਕਹਿੰਦੇ ਹਨ
ਉਹ ਪਵਿੱਤਰ ਹੈ, ਉਹ ਸ਼ੁੱਧ ਹੈ, ਜਿਹਦਾ ਮਨ ਸ਼ੁੱਧ ਹੋ ਗਿਆ। ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਨਾਲ ਬਾਣੀ ਦੇ ਵਿੱਚ ਕਹਿੰਦੇ ਪਵਿੱਤਰ ਬਚਨ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਗੁਰੂ ਨਾਨਕ ਸਾਹਿਬ, ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ। ਮਹਾਰਾਜ ਜੀ ਕਹਿੰਦੇ ਨੇ ਜਿਸ ਤਰ੍ਹਾਂ ਨਾਲ ਇਹ ਮਹਾਂਵਾਰੀ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਨੇ, ਨਾਵਣੀ ਵਾਰ-ਵਾਰ ਆਉਂਦੀ ਹੈ ਨਾ ਜਿਵੇਂ ਔਰਤ ਨੂੰ, ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਹਨ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖਵਾਰ। ਇਸੇ ਤਰ੍ਹਾਂ ਨਾਲ ਜਿਹਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ, ਝੂਠ ਉਹਦੇ ਮੂੰਹ ਦੇ ਵਿੱਚ ਰਹਿੰਦਾ ਹੈ, ਉਹਦਾ ਸੁਭਾਅ ਬਣ ਚੁੱਕਾ ਹੈ, ਉਹ ਵਾਰ-ਵਾਰ ਝੂਠ ਬੋਲਦਾ ਹੈ ਤੇ ਝੂਠ ਬੋਲਣ ਕਰਕੇ ਲੋਕਾਂ ਤੋਂ ਐਤਬਾਰ ਉੱਠ ਜਾਂਦਾ ਹੈ, ਖੁਆਰੀ ਹੁੰਦੀ ਨਾ। ਨਿਤ ਨਿਤ ਹੋਏ ਖਵਾਰ। ਅੱਗੇ ਸਾਹਿਬ ਕਹਿੰਦੇ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹ ਨਹੀਂ ਆਖੇ ਗਏ ਸਾਹਿਬ ਦੇ ਘਰ ਵਿੱਚ ਜਿਹੜੇ ਸਾਧ ਸੰਗਤ ਚੰਗੀ ਤਰ੍ਹਾਂ ਮਲ ਮਲ ਕੇ ਇਸ਼ਨਾਨ ਕਰਕੇ ਬਹਿ ਗਏ, ਜਿਨ੍ਹਾਂ ਨੇ ਚੰਗੇ ਸੁੰਦਰ ਕੱਪੜੇ ਪਾ ਲਏ ਸਾਹਿਬ ਦੇ ਘਰ ਵਿੱਚ, ਉਹਨਾਂ ਨੂੰ ਸਾਧ ਸੰਗਤ ਸੁੱਚੇ ਆਖਿਆ ਜਿਨ੍ਹਾਂ ਦਾ ਮਨ ਸੁੱਚਾ ਹੋ ਗਿਆ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਮਾਲਕ ਦੀ ਪਵਿੱਤਰ ਬਾਣੀ ਦਾ ਵਾਸ ਹੈ। ਕਿਉਂਕਿ ਬਾਣੀ ਪਵਿੱਤਰ ਹੈ, ਵਾਹਿਗੁਰੂ ਪਵਿੱਤਰ ਹੈ, ਗੁਰੂ ਪਵਿੱਤਰ ਹੈ, ਉਸੇ ਦੀ ਰਹਿਮਤ ਦੇ ਸਦਕਾ ਅੰਦਰ ਦੀ ਪਵਿੱਤਰਤਾ ਮਿਲ ਸਕਦੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਚਲਤ ਗਤ ਟੇਢੇ ਟੇਢੇ ਟੇਢੇ, ਵਿੰਗਾ ਵਿੰਗਾ ਹੋ ਕੇ ਟੇਢਾ ਟੇਢਾ ਕੀ ਚੱਲਦਾ, ਮਾਣ ਕਿਸ ਗੱਲ ਦਾ ਕਰਦਾ ਹੈ। ਕਹਿੰਦੇ ਕਦੇ ਵਿਚਾਰ ਕੀਤੀ ਆਪਣੇ ਸਰੀਰ ਦੇ ਬਾਰੇ, ਤੂੰ ਹੈ ਕੀ? ਉਂਝ ਜੇ ਆਪਾਂ ਵੇਖੀਏ ਆਪਾਂ ਕੀ ਆਂ, ਤੇ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਕੀ ਆਪਾਂ? ਆਪਣੀ ਹੋਂਦ ਕੀ ਹੈ? ਜਦੋਂ ਸਾਡੀ ਮਾਂ ਤੇ ਪਿਓ ਦਾ ਮਿਲਨ ਹੋਇਆ, ਇਸ ਕਰਕੇ ਸਾਡੀ ਹੋਂਦ ਬਰਕਰਾਰ ਹੋਈ ਸੰਸਾਰ ਅੰਦਰ। ਮਾਂ ਦੀ ਰਤ ਮਿਲੀ ਹੈ ਤੇ ਪਿਤਾ ਦਾ ਸਾਧ ਸੰਗਤ ਬਿੰਦ ਪਾਣੀ ਦਾ ਗੰਦਾ ਤੁਪਕਾ। ਇਸ ਕਰਕੇ ਮਹਾਰਾਜ ਨੇ ਬਾਣੀ ਦੇ ਵਿੱਚ ਸਾਹਿਬ ਨੇ ਬਚਨ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਕਹਿੰਦੇ ਹਨ ਕਿ ਤੇਰੀ ਜਿਹੜੀ ਹੋਂਦ ਹੈ ਉਹ ਕਿਸ ਤਰ੍ਹਾਂ ਨਾਲ ਹੈ, ਕਦੇ ਵਿਚਾਰ ਕਰ ਤੇ ਤੈਨੂੰ ਵਾਹਿਗੁਰੂ ਨੇ ਕੀ ਬਣਾ ਦਿੱਤਾ। ਜਿਹੜਾ ਆਪਾਂ ਬਚਨ ਪੜ੍ਹਦੇ ਆ, ਰਮਈਆ ਕੇ ਗੁਣ ਚਿਤ ਪਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਜਿਨੇ ਤੈਨੂੰ ਸਾਜਿਆ, ਸਵਾਰਿਆ, ਸ਼ਿੰਗਾਰ ਦਿੱਤਾ, ਕਿੰਨਾ ਸੋਹਣਾ ਸਰੀਰ ਦਿੱਤਾ। ਤੇ ਕਮਾਲ ਗੱਲ ਇਹ ਵੀ ਜਿੱਥੇ ਨਾਸਾਂ ਦੀ ਲੋੜ ਸੀ, ਜਿੱਥੇ ਅੱਖਾਂ ਦੀ ਲੋੜ ਸੀ, ਜਿੱਥੇ ਕੰਨਾਂ ਦੀ ਲੋੜ ਸੀ, ਉੱਥੇ ਸਰੀਰ ਦੇ ਸਾਰੇ ਅੰਗ ਥਾਂ ਥਾਈ ਫਿੱਟ ਕੀਤੇ। ਇਹ ਤੈਨੂੰ ਕਿਸੇ ਹੋਰ ਨੇ ਨਹੀਂ ਬਣਾਇਆ, ਬਣਾਉਣ ਵਾਲਾ ਕਾਰੀਗਰ, ਤੇਰੀ ਘਾੜਤ ਕੱਢਣ ਵਾਲਾ ਵਾਹਿਗੁਰੂ ਹੈ, ਜਿਹਨੂੰ ਤੂੰ ਹੁਣ ਭੁੱਲਿਆ ਬੈਠਾ ਹੈ। ਰਮਈਆ ਕੇ ਗੁਣ ਚਿਤ ਪਰਾਣੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਦ, ਪਰ ਜੋ ਬਨੋ ਭੋਜਨ ਸੁਖ ਸੂਦ। ਜਦੋਂ ਤੂੰ ਬੱਚਾ ਸੈਂ, ਜਦੋਂ ਤੂੰ ਜਨਮ ਲਿਆ ਤੇ ਮਾਂ ਦੇ ਸਤਨਾਂ ਵਿੱਚ ਵਾਹਿਗੁਰੂ ਨੇ ਤੇਰੇ ਲਈ ਦੁੱਧ ਭੇਜਿਆ। ਮਹਾਰਾਜ ਕਹਿੰਦੇ ਜਦੋਂ ਤੂੰ ਜਵਾਨ ਹੋ ਗਿਆ, ਤਰ੍ਹਾਂ ਤਰ੍ਹਾਂ ਦੇ ਖਾਣੇ ਵੇਖੋ ਮਨੁੱਖ ਦੇ ਵਾਸਤੇ, ਤੇ ਬਿਰਧ ਭਇਆ ਉੱਪਰ ਸਾਕ ਸੈਨ। ਜਦੋਂ ਹੋ ਗਿਆ ਬਜ਼ੁਰਗ ਤੇ ਸਕੇ ਸੰਬੰਧੀ ਇਰਦ ਗਿਰਦ ਇਕੱਠੇ ਹੋ ਕੇ ਬਾਪੂ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਨੇ। ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਪਰ ਮਹਾਰਾਜ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਤੂੰ ਆਪ ਹੀ ਰਹਿਮਤ ਕਰਕੇ ਬਖਸ਼ ਲਵੀਂ। ਸੋ ਸਾਧ ਸੰਗਤ ਜਿਹੜਾ ਸਾਡਾ ਸਰੀਰ ਹੈ ਗੰਦਗੀ ਦਾ ਪੁਤਲਾ ਹੈ। ਮਹਾਰਾਜ ਨੇ ਬਾਣੀ 'ਚ ਫਿਰ ਬਚਨ ਫਰਮਾਇਆ ਕਿ ਚਲਤ ਕਤ ਟੇਢੇ ਟੇਢੇ ਟੇਢੇ। ਆਪ ਜੀ ਕਹਿੰਦੇ ਨੇ ਅਸਤ ਚਰਮ ਬਿਸ਼ਟਾ ਕੇ ਮੁੰਦੇ, ਦੁਰਗੰਧ ਹੀ ਕੇ ਬੇਡੇ। ਤੂੰ ਹੈ ਤੇ ਦੁਰਗੰਧੀ ਦਾ ਹੀ ਪੁਤਲਾ, ਹੋਰ ਤੂੰ ਕੀ ਹੈ? ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਜ ਦਾ ਜੋ ਪਵਿੱਤਰ ਬਚਨ ਹੈ ਇਹਦੇ ਵਿੱਚ ਕਹਿ ਰਹੇ ਨੇ ਸੁਚਮਤਾ ਕਿਸ ਤਰ੍ਹਾਂ ਆ ਸਕਦੀ ਹੈ, ਝੂਠ ਇਹਦੇ ਸਿਰੋਂ ਕਿਵੇਂ ਲੱਥ ਸਕਦੀ ਹੈ। ਸਾਧ ਸੰਗਤ ਇੱਕ ਬੜੀ ਸੋਹਣੀ ਘਟਨਾ ਹੈ।
ਜਿਹੜੀ ਔਰੰਗਜ਼ੇਬ ਦੀ ਪੁੱਤਰੀ ਹੈ ਨਾ, ਇਤਿਹਾਸ ਵਿੱਚ ਉਹਦਾ ਨਾਮ ਜ਼ੇਬਲ-ਨੁਸ਼ਾ ਲਿਖਿਆ। ਬੜੀ ਕਮਾਲ ਦੀ ਕਵਿੱਤਰੀ ਹੋਈ ਹੈ। ਬੜਾ ਇਹਦੇ ਕੋਲ ਜ਼ਹੀਨ ਬੁੱਧੀ ਸੀ, ਬੜੀ ਬਾਰੀਕ ਸਾਧ ਸੰਗਤ। ਇਹ ਅਕਲ ਦੀ ਮਾਲਕ ਸੀ, ਬਹੁਤ ਸਿਆਣੀ ਸੀ। ਕਾਵਿ ਰਚਨਾ ਦੇ ਵਿੱਚ ਕਈ ਗ੍ਰੰਥਾਂ ਦਾ ਇਹਨੇ ਕਹਿੰਦੇ ਨੇ ਉਲਥਾ ਕੀਤਾ ਹੈ, ਔਰ ਧਾਰਮਿਕ ਪ੍ਰਵਿਰਤੀ ਵਾਲੀ ਸੀ। ਪਰਮਾਤਮਾ ਨੇ ਇਹਨੂੰ ਸੁੰਦਰਤਾ ਵੀ ਚੰਗੀ ਦਿੱਤੀ ਸੀ। ਇਹ ਕਦੇ ਕਦਾਈ ਹੁੰਦਾ ਵੀ ਵਾਹਿਗੁਰੂ ਅਕਲ ਵੀ ਦਵੇ ਤੇ ਸਾਧ ਸੰਗਤ ਨਾਲ ਸੂਰਤ ਵੀ ਦਵੇ। ਦੋ ਸ਼ਬਦ ਨੇ ਉਰਦੂ ਭਾਸ਼ਾ ਦੇ, ਇੱਕ ਹੈ ਸੂਰਤ ਤੇ ਦੂਸਰਾ ਸੀਰਤ। ਨਹੀਂ ਤੇ ਜ਼ਿਆਦਾ ਇਹ ਹੁੰਦਾ ਵੀ ਪਰਮਾਤਮਾ ਸੂਰਤ ਦਿੰਦਾ ਹੈ, ਅਕਲ ਨਹੀਂ ਦਿੰਦਾ। ਸੀਰਤ ਵੱਲੋਂ ਬੰਦਾ ਅੰਨਾ ਹੀ ਹੁੰਦਾ ਹੈ, ਅਕਲ ਘੱਟ ਹੀ ਹੁੰਦੀ ਹੈ। ਇਸ ਕਰਕੇ ਕਹਿਣਾ ਪੈਂਦਾ ਵੀ ਹੈ ਤੇ ਬੜਾ ਸੋਹਣਾ ਉਂਝ ਹੈ ਮੂਰਖੀ। ਤੇ ਸਾਧ ਸੰਗਤ ਕਦੇ ਇਸ ਤਰ੍ਹਾਂ ਵੀ ਵਾਹਿਗੁਰੂ ਦੀ ਖੇਡ ਬਣਦੀ ਹੈ ਵੀ ਸਰੀਰ ਨਹੀਂ ਸੋਹਣਾ, ਬੇਤਵਾ ਜਿਹਾ, ਬੇਟਵਾ ਜਿਹਾ। ਇਸੇ ਤਰ੍ਹਾਂ ਹੀ ਸੀ ਸਾਧ ਸੰਗਤ। ਜਿਹੜਾ ਅਸ਼ਟਾਵਕਰ ਸੀ, ਉਹਦੇ ਸਰੀਰ ਨੂੰ 8 ਬਲ ਕਹਿੰਦੇ ਪੈਂਦੇ ਸਨ। ਪੰਡਤ ਕਿੱਡਾ ਵੱਡਾ ਹੋਇਆ, ਤੇ ਪਰ ਵਾਹਿਗੁਰੂ ਨੇ ਸਾਧ ਸੰਗਤ ਅਕਲ ਬੜੀ ਦਿੱਤੀ ਹੁੰਦੀ ਹੈ। ਕਦੇ ਕਦਾਈ ਵਾਹਿਗੁਰੂ ਇਦਾਂ ਵੀ ਕਰਦਾ, ਸੂਰਤ ਵੀ ਦਿੰਦਾ, ਸੀਰਤ ਵੀ ਦਿੰਦਾ। ਇਹਨੂੰ ਮੰਨੋ ਇਹ ਦੋਵੇਂ ਵਸਤੂਆਂ ਦਿੱਤੀਆਂ ਸਨ, ਦੋਵੇਂ ਚੀਜ਼ਾਂ। ਇਹਨੂੰ ਤਨ ਵੀ ਬੜਾ ਸੋਹਣਾ ਦਿੱਤਾ, ਅਕਲ ਵੀ ਬੜੀ ਦਿੱਤੀ ਹੈ। ਤੇ ਸਾਧ ਸੰਗਤ ਤੇ ਬੜੀ ਕਮਾਲ ਦੀ ਕਵਿੱਤਰੀ ਹੈ। ਜ਼ਿਕਰ ਇਦਾਂ ਹੁੰਦਾ ਹੈ ਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਸਾਧੂ ਆਇਆ ਚੱਲ ਕੇ, ਇੱਕ ਮਹਾਤਮਾ ਚੱਲ ਕੇ ਆਇਆ। ਉਹ ਜਿਹੜਾ ਮਹਾਤਮਾ ਸੀ, ਉਹਨੇ ਆ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇਹ ਆਖਿਆ, ਔਰੰਗਜ਼ੇਬ ਮੈਂ ਤੇਰੀ ਧੀ, ਤੇਰੀ ਪੁੱਤਰੀ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਇਸਲਾਮ ਵਿੱਚ ਔਰਤ ਨੂੰ ਪਰਦੇ 'ਚ ਰੱਖਿਆ ਜਾਂਦਾ। ਇਸ ਕਰਕੇ ਹੋਵੇ ਵੀ ਹਿੰਦੁਸਤਾਨ ਦਾ ਬਾਦਸ਼ਾਹ ਤੇ ਉਹਦੇ ਸਾਹਮਣੇ ਕੋਈ ਆ ਕੇ ਸਾਧੂ ਇਹ ਆਖੇ ਵੀ ਮੈਂ ਤੇਰੀ ਧੀ ਨੂੰ ਵੇਖਣਾ ਚਾਹੁੰਦਾ, ਤੇਰੀ ਪੁੱਤਰੀ ਦੇ ਦਰਸ਼ਨ ਦਿਦਾਰੇ ਕਰਨੇ ਚਾਹੁੰਦਾ, ਗੱਲ ਬੜੀ ਔਖੀ ਹੋ ਗਈ। ਨਾ ਤੇ ਸਾਧੂ ਨੂੰ ਝਿੜਕ ਸਕਦਾ, ਕੋਈ ਬੁਰਾ ਆਖ ਸਕਦਾ, ਤੇ ਨਾ ਇਹ ਕਹਿ ਸਕਦਾ ਵੀ ਠੀਕ ਹੈ ਤੂੰ ਮੇਰੀ ਧੀ ਨੂੰ ਮਿਲ ਲਾ। ਕਹਿੰਦੇ ਨੇ ਸਾਧ ਸੰਗਤ ਕੇ ਉਦਾਸ ਜੇ ਮਨ ਦੇ ਨਾਲ ਜਦੋਂ ਆਪਣੇ ਮਹੱਲਾਂ ਦੇ ਵਿੱਚ ਪਹੁੰਚਿਆ ਔਰੰਗਜ਼ੇਬ, ਤੇ ਔਰੰਗਜ਼ੇਬ ਦੀ ਪੁੱਤਰੀ ਜਿਹੜੀ ਜ਼ੇਬਲ-ਨੁਸ਼ਾ ਆਪਣੇ ਅੱਬਾ ਜਾਨ ਨੂੰ ਚਿੰਤਾਤੁਰ ਵੇਖ ਕੇ ਪੁੱਛਦੀ ਹੈ, ਅੱਬਾ ਜਾਨ ਅੱਜ ਤੁਸੀਂ ਬੜੀ ਚਿੰਤਾ ਦੇ ਵਿੱਚ ਹੋ। ਇਨਸਾਨ ਦੇ ਮੂੰਹ ਜਿਹੜਾ ਹੈ ਖੁੱਲੀ ਕਿਤਾਬ ਦੀ ਤਰ੍ਹਾਂ ਹੈ ਨਾ, ਅੱਖਾਂ ਤੇ ਬਿਲਕੁਲ ਖੁੱਲੀ ਕਿਤਾਬ ਦੀ ਤਰ੍ਹਾਂ ਪੜਿਆ ਜਾ ਸਕਦਾ ਵੀ ਇਹਦੇ ਅੰਦਰ ਕੀ ਹੈ, ਪੜਨ ਵਾਲਾ ਚਾਹੀਦਾ। ਉਹ ਸਾਧ ਸੰਗਤ ਅੱਗੋਂ ਕਹਿੰਦਾ ਔਰੰਗਜ਼ੇਬ, ਹਾਂ ਪੁੱਤਰ ਮੈਂ ਬਹੁਤ ਉਦਾਸ ਹਾਂ, ਚਿੰਤਾ ਦੇ ਵਿੱਚ ਹਾਂ। ਇਸ ਕਰਕੇ ਮੈਨੂੰ ਚਿੰਤਾ ਹੈ ਕਿ ਇਸ ਤਰ੍ਹਾਂ ਮੈਨੂੰ ਅੱਜ ਸਭਾ ਦੇ ਵਿੱਚ, ਮੇਰੇ ਦਰਬਾਰ ਦੇ ਵਿੱਚ ਕਿਸੇ ਸਾਧੂ ਨੇ ਆ ਬਚਨ ਆਖਿਆ। ਉਹ ਅੱਗੋਂ ਕਹਿੰਦੀ ਹੈ ਇਹ ਤੇ ਗੱਲ ਬੜੀ ਸੌਖੀ ਜਿਹੀ ਹੈ, ਇਹਦਾ ਤੇ ਮਸਲੇ ਦਾ ਹੱਲ ਬਹੁਤ ਛੇਤੀ ਨਿਕਲ ਸਕਦਾ। ਉਹਨੇ ਜਿਹੜਾ ਸਾਧ ਸੰਗਤ ਲਿਖ ਕੇ ਦਿੱਤੀਆਂ ਸਨ ਨਾ ਕੁਝ ਸਤਰਾਂ, ਗੁਜ਼ਾਰਿਸ਼ ਰੂਪ ਅੰਦਰ, ਅਜ਼ ਰੂਪ ਅੰਦਰ ਵੀ ਮੈਨੂੰ ਤੇਰੀ ਧੀ ਦੇ ਦਿਦਾਰੇ ਚਾਹੀਦੇ ਨੇ, ਉਹਦੇ ਹੇਠਾਂ ਉਹਨੇ ਆਪਣੀ ਕਲਮ ਦੇ ਨਾਲ ਕੁਝ ਬਚਨ ਲਿਖ ਕੇ ਦਿੱਤੇ ਜ਼ੇਬਲ-ਨੁਸ਼ਾ ਵੀ ਸਾਧੂ ਨੂੰ ਦੇ ਦਿਓ। ਉਹ ਜਿਹੜੇ ਬਚਨ ਸਨ ਜੋ ਉਹਨੇ ਲਿਖ ਕੇ ਦਿੱਤਾ, ਉਹਦਾ ਮਤਲਬ ਇਹ ਸੀ ਕਿ ਦੋ ਬੰਦੇ ਤੁਰੇ ਜਾ ਰਹੇ ਨੇ, ਇੱਕ ਬਗੀਚੀ ਦੇ ਕੋਲੋਂ ਲੰਘ ਰਹੇ ਨੇ, ਆਪਸ ਵਿੱਚ ਗੱਲਾਂ ਕਰ ਰਹੇ ਨੇ। ਉਹ ਜਿਹੜੀ ਬਗੀਚੀ ਹੈ ਉਹ ਕਬਰ ਹੈ, ਉਹਦੇ ਇਰਦ ਗਿਰਦ ਮੰਨ ਲਓ 4 ਦੀਵਾਰੀ ਹੋਈ ਹੈ, ਉੱਚੀਆਂ ਉੱਚੀਆਂ ਕੰਧਾਂ ਹਨ। ਤੇ ਇੱਕ ਬੰਦਾ ਦੂਸਰੇ ਨੂੰ ਕਹਿੰਦਾ ਹੈ ਬੜੀ ਕਮਾਲ ਦੀ ਸੁਗੰਧੀ ਆ ਰਹੀ ਹੈ, ਚਮੇਲੀ ਦੀ, ਗੇਂਦੇ ਦੇ ਫੁੱਲਾਂ ਦੀ, ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ। ਦੂਸਰਾ ਕਹਿੰਦਾ ਕਿੱਥੇ ਤੂੰ ਐਵੇਂ ਝੂਠ ਬੋਲਦਾ, ਕਿੱਥੇ ਗੁਲਾਬ ਦਾ ਫੁੱਲ, ਕਿੱਥੇ ਗੇਂਦੇ ਦੇ ਫੁੱਲ। ਫਿਰ ਦੂਜਾ ਉਹਨੂੰ ਜਵਾਬ ਦਿੰਦਾ ਨਹੀਂ ਵੇਖ ਜਿਹੜੀ ਖੁਸ਼ਬੂ ਹੈ ਮੈਨੂੰ ਮੁਅੱਸਰ ਕਰ ਰਹੀ ਹੈ, ਪ੍ਰਭਾਵਿਤ ਕਰ ਰਹੀ ਹੈ। ਇਹਦਾ ਮਤਲਬ ਫੁੱਲ ਕਿਤੇ ਨਾ ਕਿਤੇ ਹੈ ਨਾ। ਅਸਲ ਵਿੱਚ ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਜੇ ਮੇਰੀ ਕਵਿਤਾ ਦੇ ਵਿੱਚੋਂ ਮੇਰੇ ਦਰਸ਼ਨ ਨਹੀਂ ਤੈਨੂੰ ਹੋ ਰਿਹਾ ਸਾਧੂ ਮਹਾਤਮਾ, ਤੇ ਮੇਰੇ ਆ ਜਿਹੜਾ ਸਰੀਰ ਹੈ, ਜਿਹੜਾ ਸਰੀਰ ਗੰਦਾ ਸਰੀਰ ਹੈ, ਇਹਨੂੰ ਵੇਖ ਕੇ ਤੂੰ ਕੀ ਕਰਦਾ ਹੈ। ਕੈਸਾ ਕਮਾਲ ਦਾ ਜਵਾਬ ਸੀ। ਇਹਦਾ ਮਤਲਬ ਇਹ ਹੈ ਇਨਸਾਨ ਦੇ ਗੁਣ ਜਿਹੜੇ ਨੇ ਉਹੀ ਉਹਦੀ ਸੁਗੰਧੀ ਨੇ। ਜਿਹੜੇ ਇਨਸਾਨ ਦੇ ਕੋਲ ਗੁਣ ਨੇ ਉਹੀ ਸਾਧ ਸੰਗਤ ਉਹਦੀ ਪਵਿੱਤਰਤਾ ਨੇ। ਉਹੀ ਖੋਜਾ ਇਨਸਾਨ ਜੋ ਵਿਚਾਰਾਂ ਦਾ ਮੁਜੱਸਮਾ ਹੈ, ਵਰਨਾ ਸਰੀਰ ਤੇ ਸਭਨਾਂ ਦਾ ਇੱਕੋ ਜਿਹਾ ਹੀ ਹੈ। ਇਹ ਜਿਹੜਾ ਸਾਧ ਸੰਗਤ ਬਚਨ ਬੜਾ ਪ੍ਰਸਿੱਧ ਹੋਇਆ, ਉਹਨੇ ਲਿਖ ਕੇ ਦਿੱਤੇ ਸਨ ਬਚਨ ਜ਼ੇਬਲ-ਨੁਸ਼ਾ ਨੇ ਕਿ ਦਰ ਸੁਖਨ ਪਿਨਹਾ
ਸੁਧਮ ਦਰ ਵਰਗੇ ਕੁਲ ਮਨਿੰਦੇ ਪੂ। ਉਹ ਲਿਖ ਕੇ ਦੇ ਰਹੀ ਹੈ, ਦਰ ਸੁਖਨ ਪਿਨਹਾ, ਦਰ ਸੁਖਨ ਪਿਨਹਾ, ਸੁਧਮ ਦਰ ਵਰਗੇ ਕੁਲ ਮਨਿੰਦੇ ਪੂ। ਹਰ ਜੇ ਦੀਦਨ ਮਹਿਲਦਾਰੀ, ਦਰ ਸੁਖਨ ਦੀਦਾਨ ਮਰਾ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਹਿ ਰਹੇ ਨੇ ਅੱਜ ਦਾ ਪਾਵਨ ਪਵਿੱਤਰ ਬਚਨ ਕਿ ਜੇ ਮਨ ਮਾਂਜਣਾ ਹੈ ਤੇ ਗੁਰੂ ਦੇ ਸ਼ਬਦ ਨਾਲ ਮਾਂਜਿਆ ਜਾ ਸਕਦਾ ਹੈ। ਵਾਹਿਗੁਰੂ ਸੱਚਾ ਹੈ, ਉਹਦੇ ਨਾਲ ਜੁੜ ਕੇ ਸੱਚਾਈ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨਸਾਨ ਦਾ ਜਿਹੜਾ ਤਨ ਹੈ ਉਹ ਵੀ ਝੂਠਾ ਹੈ, ਮਨ ਵੀ ਝੂਠਾ ਹੈ। ਗਰੀਬ ਨਵਾਜ ਕਹਿੰਦੇ ਨੇ ਮੂੰਹ ਵੀ ਝੂਠਾ ਹੈ। ਇਸ ਕਰਕੇ ਸੁਚਮਤਾ ਮਿਲੇਗੀ ਸੱਚੇ ਵਾਹਿਗੁਰੂ ਨਾਲ ਜੁੜ ਕੇ। ਗਰੀਬ ਨਵਾਜ ਸਾਰਿਆਂ ਤੇ ਰਹਿਮਤ ਕਿਰਪਾ ਕਰਨ। ਅਗਲੀ ਵਿਚਾਰ ਇੱਥੋਂ ਹੀ ਆਪਾਂ ਕੱਲ ਸ਼ੁਰੂ ਕਰਾਂਗੇ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਹੋਈਆਂ ਬੇਅੰਤ 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 ਭੁੱਲਾਂ ਗਲਤੀਆਂ ਲਈ ਸਾਹਿਬ ਸੱਚੇ ਪਾਤਸ਼ਾਹ ਦਾ ਸੁਣਾ ਦਰਬਾਰ ਹੈ। ਗਰੀਬ ਨਵਾਜ ਤੇ ਗੁਰੂ ਕੀਆਂ ਸੰਗਤਾਂ ਬਖਸ਼ਿੰਦ ਨੇ। ਆਓ ਜੀ ਹੁਣ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਪ੍ਰਿਥੀਪਾਲ ਸਿੰਘ ਜੀ ਤੇ ਉਹਨਾਂ ਦੇ ਜਥੇ ਪਾਸੋਂ ਸਾਹਿਬਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।